ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਜਪਜੀ ਸਾਹਿਬ ਦੇ ਅੰਦਰ ਬਚਨ ਕਰਦੇ ਭਗਤ ਦੇ ਬਾਰੇ, ਉਹਦੀ ਆਪਾਂ ਵਿਆਖਿਆ ਕਰ ਰਹੇ ਹਾਂ। ਭਗਤ ਕਿਸ ਨੂੰ ਆਖਦੇ ਨੇ, ਭਗਤ ਕਰਦਾ ਕੀ ਹੈ, ਭਗਤ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਜਿਹੜਾ ਸਾਹਿਬ ਜੀ ਨੇ ਕਿਹਾ ਨਾ ਕਿ ਨਾਨਕ ਭਗਤਾਂ ਸਦਾ ਵਿਗਾਸ, ਉਹ ਕਿਸ ਤਰ੍ਹਾਂ ਵਿਗਾਸ ਵਿੱਚ ਹੁੰਦਾ ਹੈ ਭਗਤ। ਉਹ ਇਸ ਤਰ੍ਹਾਂ ਹੁੰਦਾ ਹੈ ਕਿ ਸੁਣਿਆ ਦੁੱਖ ਪਾਪ ਕਾ ਨਾਸ। ਸ਼ਬਦ ਨੂੰ ਸੁਣਨਾ ਬਹੁਤ ਵੱਡੀ ਧਰਮ ਦੀ ਇੱਕ ਸਾਧਨਾ ਹੈ ਜੋ ਗੁਰੂ ਘਰ ਵਿੱਚ ਕੀਤੀ ਜਾਂਦੀ ਹੈ। ਰਾਗੀ ਸਿੰਘ ਬਖਤੇ ਬਕ ਸ਼ਬਦ ਸੁਣਾਇਆ, ਸੁਣਤੇ ਸੁਣ ਮਨ ਵਸਾਇਆ। ਰਾਗੀ ਗਾਉਂਦੇ ਨੇ ਤੇ ਸਰੋਤੇ ਜਨ ਸੁਣਦੇ ਨੇ। ਤੇ ਆਪਾਂ ਭਗਤ ਦੀ ਵਿਆਖਿਆ ਕਰ ਰਹੇ ਸੀ। ਭਗਤ ਕਹਿੰਦੇ ਕਿਹਨੂੰ? ਆਮ ਲੋਕੀ ਬਾਹਰੋਂ ਕੋਈ ਚਿੜੀਆਂ ਕਾਂ ਰੱਖ ਕੇ ਬੈਠਾ, ਲੋਕੀ ਉਹਨੂੰ ਭਗਤ ਕਹਿੰਦੇ ਆ। ਕਿਉਂਕਿ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਦੱਸਦੇ ਹੁੰਦੇ ਨਾ ਕਿ ਜਦੋਂ ਕਿਸੇ ਨੇ ਆਪਣੀਆਂ ਦਵਾਈਆਂ ਵੇਚਣੀਆਂ ਹੋ ਨਾ, ਕਿਤੇ ਮੱਸਿਆ ਮੇਲੇ 'ਤੇ ਕੋਈ ਬੰਦੇ ਆਉਂਦੇ ਜਿਹਨਾਂ ਆਪਣੀਆਂ ਦਵਾਈਆਂ ਵੇਚਣੀਆਂ ਹੁੰਦੀਆਂ ਸੀ, ਅਤੇ ਦਵਾਈਆਂ ਵੇਚਣ ਤੋਂ ਪਹਿਲਾਂ ਉਹ ਲੋਕਾਂ ਨੂੰ ਇਕੱਠਿਆਂ ਕਰਨ ਦਾ ਇੱਕ ਤਰੀਕਾ ਸੀ ਉਹਨਾਂ ਨੇ ਇੱਕ ਸੱਪ ਕੋਲ ਰੱਖਿਆ ਹੁੰਦਾ ਸੀ। ਉਹ ਸੱਪ ਕੱਢਣਾ ਹੈ ਆਪਣੇ ਪਟਾਰੀ ਵਿੱਚੋਂ ਬਾਹਰ, ਲੋਕਾਂ ਨੇ ਸੱਪ ਵੇਖਣ ਆ ਜਾਣਾ, ਖਲੋ ਜਾਣਾ। ਲੋਕਾਂ ਨੇ ਸੱਪ ਵੇਖੀ ਜਾਣਾ ਅਤੇ ਉਹਨੇ ਆਪਣੀ ਗੱਲ ਕਹਿਣੀ ਸ਼ੁਰੂ ਕਰ ਦੇਣੀ, ਜੋ ਉਹਨੇ ਆਪਣੀ ਦਵਾਈ ਵੇਚਣੀ ਉਹਦੇ ਬਾਰੇ ਦੱਸਣਾ ਸ਼ੁਰੂ ਕਰ ਦੇਣਾ। ਅੱਜ ਕੱਲ੍ਹ ਦੇ ਬਹੁਤੇ ਇੱਦਾਂ ਹੀ ਨੇ। ਅਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਭਗਤ ਬੈਠੇ ਨੇ, ਇਹਨਾਂ ਕਿਸੇ ਨੇ ਚਿੜੀਆਂ ਨਹੀਂ ਰੱਖੀਆਂ, ਕਿਸੇ ਨੇ ਕਾਂ ਨਹੀਂ ਰੱਖੇ। ਇੱਥੇ ਇੱਕ ਤਰਨ ਤਾਰਨ ਦੇ ਲਾਗੇ ਇੱਕ ਬਾਬਾ ਵਾ, ਉਹਨੇ ਚੂਹੇ ਰੱਖੇ, ਚੂਹੇ, ਬਿੱਲੀਆਂ, ਚੂਹੇ, ਕੁੱਤੇ, ਬੜਾ ਕੁਝ। ਉਹ ਸਾਲ ਪਿੱਛੋਂ ਇਲਾਕੇ 'ਚ ਫਿਰਦਾ, ਫਿਰ ਉਹਨਾਂ ਨੂੰ ਚੂਹਿਆਂ ਨੂੰ ਟਰਾਲੀਆਂ 'ਚ ਰੱਖ ਕੇ ਨਾ, ਬਿੱਲੀਆਂ ਨੂੰ, ਚੂਹਿਆਂ ਨੂੰ, ਸੱਪਾਂ ਨੂੰ, ਯਾਨੀ ਕਿ ਹਰੇਕ ਜਾਨਵਰ ਉਹਨੇ ਰੱਖਿਆ। ਜਿੱਦਾਂ ਆਪਾਂ ਨਗਰ ਕੀਰਤਨ ਕੱਢਦੇ ਨੇ, ਸਾਲ ਪਿੱਛੋਂ ਕੱਢਦਾ ਉਹ, ਫਿਰ ਗੇੜਾ ਦਵਾਉਂਦਾ ਤਰਨ ਤਾਰਨ ਦੇ ਪਿੰਡਾਂ 'ਚ। ਇਹ ਕਿਉਂ ਨੇ ਕਰਦੇ ਲੋਕ? ਇਹ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਸ ਤਰ੍ਹਾਂ ਕਰਦੇ ਨੇ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਜਿਹੜੇ ਅਸਲੀ ਭਗਤ ਹੁੰਦੇ ਨੇ ਉਹ ਕੇਵਲ ਨਾਮ ਦੁਆਰਾ ਹੀ ਧਰਤੀ ਉੱਤੇ ਆਪਣਾ ਪ੍ਰਗਟ ਹੁੰਦੇ ਨੇ। ਇਹਨਾਂ ਕੋਲ ਨਾਮ ਨਹੀਂ ਆ, ਬੰਦਗੀ ਨਹੀਂ ਹੈ। ਫਿਰ ਇਸ ਤਰ੍ਹਾਂ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਸ ਤਰ੍ਹਾਂ ਦੇ ਇਹ ਕਰਮ ਕਰਦੇ ਨੇ। ਮੈਂ ਕਹਿ ਰਿਹਾ ਸੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਭਗਤ ਵਾ ਨਾ, ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਅਡੰਬਰ ਨਹੀਂ ਕੀਤਾ। ਭਗਤ ਰਵਿਦਾਸ ਜੀ ਆਪਣੀਆਂ ਜੁੱਤੀਆਂ ਗੰਢਦੇ ਸਨ। ਭਗਤ ਕਬੀਰ ਸਾਹਿਬ ਖੱਡੀ ਬੁਣਦੇ ਸਨ। ਸਭ ਆਪੋ ਆਪਣੇ ਧੰਦੇ ਕਰਦੇ ਸੀ। ਪਰ ਇਹ ਤਾਂ ਹੁਣ ਬੰਦਗੀ ਕਰ ਨਹੀਂ ਸਕਦੇ। ਫਿਰ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇੱਦਾਂ ਪੈ ਕਰਮ ਕਰਦੇ ਨੇ ਅਤੇ ਲੋਕ ਮਗਰ ਲੱਗਦੇ ਨੇ। ਕਿਸੇ ਨੇ ਆਖਿਆ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ। ਇਹ ਤਾਂ ਬੜਾ ਕਠਿਨ ਰਸਤਾ ਸੀ। ਮੋਹ ਮੇਰ ਤੇਰ ਬੇਬਰਜਤ, ਇਹ ਮਾਰਗ ਖੰਡੇ ਧਾਰ ਸੀ। ਅਤੇ ਚਿੜੀਆਂ ਕਾਵਾਂ ਵਾਲੇ ਰਾਹ ਲੋਕੀ ਤੁਆ ਗਏ ਨੇ। ਉਹ ਬਾਬੇ ਨੇ ਹੱਥ ਵੀ ਰੱਖਿਆ ਵੀ ਤੂੰ ਨਾਮ ਜਪਣਾ ਅਤੇ ਹਾਥੀ ਕੀ ਕਰਨਾ। ਘੋੜੇ ਰੱਖੇ ਉਹਨੇ। ਦੱਸ, ਨਾਮ ਜਪਣਾ ਅਤੇ ਘੋੜਿਆਂ ਦੀ ਕੀ ਲੋੜ ਹੈ? ਹਾਂਜੀ, ਬੜੇ ਹਿਰਨ ਵੀ ਰੱਖੇ ਨੇ, ਸੱਪਾਂ ਨੂੰ ਵੀ ਉਹ ਪਾਣੀ ਪਿਆਉਂਦਾ, ਮੁਰਾਂ ਨੂੰ ਵੀ ਦਾਣਾ ਪਾਉਂਦਾ। ਇਹ ਪਤਾ ਨਹੀਂ ਅਣਚਾਹੇ ਸਿਆਪੇ ਲੋਕਾਂ ਨੇ ਕਿਉਂ ਪਾਏ ਨੇ। ਅਤੇ ਰੱਬ ਦਾ ਰਾਹ ਸੀ ਅਤੇ ਬੜਾ ਮਾਰਗ ਔਖਾ ਸੀ, ਖੰਡੇ ਧਾਰ ਸੀ।
ਮੋਹ ਮੇਰ ਤੇਰ ਬੇਵਰਜਤਾ। ਇਹ ਮੋਹ ਤੋਂ ਬਚਣਾ ਸੀ ਤੇ ਤੁਸੀਂ ਹਾਥੀਆਂ ਚਿੜੀਆਂ ਕਾਵਾਂ ਕਬੂਤਰਾਂ ਨਾਲ ਮੋਹ ਪਾ ਕੇ ਬੈਠੇ ਹੋਏ ਜੀ। ਇਹ ਮੋਹ ਦਾ ਤੇ ਜਿਹੜਾ ਸਾਡੇ ਅੰਦਰ ਸਮੁੰਦਰ ਸੀ, ਸਾਗਰ ਸੀ, ਛੱਪੜ ਸੀ, ਇਸ ਨੂੰ ਸੁਕਾਉਣਾ ਸੀ। ਉਹ ਸੁੱਕਣ ਦੀ ਬਜਾਏ ਸਗੋਂ ਹੀ ਭਰ ਗਿਆ, ਕਿਉਂਕਿ ਮੋਹ ਨੂੰ ਸੁਕਾਉਣਾ ਸੌਖਾ ਕੰਮ ਨਹੀਂ। ਇਹ ਬੰਦਗੀ ਨਾਲ ਸੁੱਕਦਾ ਹੈ ਮੋਹ। ਸੂਰ ਸਰ ਸੋਖ ਲੈ, ਸਾਹਿਬ ਕਹਿੰਦੇ, ਸੋਮ ਸਰ ਪੋਖ ਲੈ, ਮੂੜੇ ਕਾਹਚੇ ਪਰਮ ਭੁੱਲਾ। ਭਰਾਤ ਛੋੜ ਤੋਂ ਅਪਿਓ ਪੀਜੇ। ਇਹ ਤੇ ਅੰਦਰੋਂ ਅੰਮ੍ਰਿਤ ਪੀਣਾ ਸੀ, ਅੰਦਰ ਧੰਨ ਗੁਰੂ ਤੇਗ ਬਹਾਦਰ ਵਾਂਗ ਜੁੜਨਾ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਵੀ ਆ। ਇਹ ਤੇ ਅੰਦਰੋਂ ਜੁੜਨ ਵਾਲੀ ਖੇਡ ਸੀ, ਭਗਤੀ ਬੰਦਗੀ। ਇਹ ਬਾਹਰਲੀ ਅਡੰਬਰਾਂ ਤੇ ਕੋਈ ਸੰਬੰਧ ਰੱਖਦੀ ਨਹੀਂ ਹੈ ਬੰਦਗੀ। ਬੰਦਗੀਆਂ ਵਾਲੇ ਤੇ ਅਡੰਬਰਾਂ ਤੋਂ ਬਹੁਤ ਦੂਰ ਰਹਿੰਦੇ ਸਨ। ਇਹ ਹੁਣ ਬੰਦਗੀ ਕਰ ਨਹੀਂ ਕਰ ਸਕੇ, ਜਿਹਨੂੰ ਗੁਰੂ ਬਾਣੀ ਕਹਿੰਦੀ ਹੈ ਕਿ ਮਾਇਆ ਕੀ ਕਿਰਤ ਛੋੜ ਗਵਾਈ। ਘਰ ਬਾਹਰ ਛੱਡ ਛੱਡਿਆ, ਕਿਰਤ ਵੀ ਛੱਡ ਛੱਡੀ ਆ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨ ਜਾਣੇ। ਭਗਤੀ ਦੇ ਤੱਤ ਨੂੰ ਜਾਣਿਆ ਨਹੀਂ ਹੈ ਤੇ ਵੇਦ ਸ਼ਾਸਤਰਨ ਕੋ ਤਰਕਣ ਲੱਗਾ। ਮੇਰੇ ਵਰਗੇ ਤਰਕਵਾਦੀ ਹੋ ਗਏ ਨੇ, ਹਰ ਗੱਲ ਤੇ ਤਰਕ ਪਏ ਕਰਦੇ ਨੇ। ਬੰਦਗੀ ਕਰਨੀ ਛੱਡੋ, ਤਰਕਾਂ ਨੂੰ ਕੀ ਲੈਣਾ। ਜਿਹੜੀਆਂ ਬਹੁਤੀਆਂ ਖਬਰਾਂ ਸੁਣਾਵੇ ਉਹ ਉਸ ਨੂੰ ਵੀ ਲੋਕੀ ਸੰਤ ਮੰਨਦੇ ਆ। ਵੇਦ ਸ਼ਾਸਤਰ ਕੋ ਤਰਕਣ ਲੱਗਾ, ਤਤ ਜੋਗ ਨਾ ਪਛਾਣੇ। ਬੰਦਗੀ ਵਾਲੇ ਕਦੇ ਵੀ ਨਹੀਂ ਇਸ ਰਾਹ ਤੇ ਤੁਰਦੇ। ਇਹ ਰਾਹ ਔਖਾ ਹੈ, ਔਖੇ ਰਾਹ ਤੇ ਤੁਰਦੇ ਨੇ। ਦੱਦਾ ਅੱਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ। ਲੋਕਾਂ ਨੂੰ ਕੀ ਪਤਾ ਫੱਕਰ ਕਿੱਥੇ ਬਰਾਜਦੇ, ਕਿੱਥੇ ਰਹਿੰਦੇ ਨੇ ਫੱਕਰ, ਪਤਾ ਹੀ ਨਹੀਂ ਹੈ। ਸੁੰਨ ਸਮਾਧ ਲੱਗੀ ਨਾਲ ਪਰਮਾਤਮਾ ਦੇ। ਅੰਦਰੋਂ ਸੁੰਨ ਨੇ ਉਹ, ਬਿਲਕੁਲ ਮਨ ਚੁੱਪ, ਕੋਈ ਫੁਰਨਾ ਨਹੀਂ ਹੈ, ਕੋਈ ਸੰਕਲਪ ਨਹੀਂ ਹੈ। ਮਨ ਕਲਪਨਾ ਵਿੱਚ ਨਹੀਂ ਜਾਂਦਾ। ਅਗਰ ਮਨ ਕਲਪਨਾ 'ਚ ਜਾਏਗਾ ਤੇ ਫਿਰ ਆਨੰਦ ਨਹੀਂ ਹੋਏਗਾ। ਉਹ ਨਾਨਕ ਭਗਤਾਂ ਸਦਾ ਵਿਗਾਸ ਤਾਂ ਹੀ ਆਨੰਦ ਵਾ ਕਿ ਅੰਦਰ ਕੋਈ ਕਲਪਨਾ ਨਹੀਂ ਹੈ। ਨਸ਼ਾ ਕਰਕੇ ਲੋਕੀ ਆਨੰਦ 'ਚ ਜਾਂਦੇ ਨੇ, ਕਿਉਂ? ਉਹ ਅੰਦਰੋਂ ਸੰਕਲਪ ਕਰਨ ਵਾਲੀ ਬੁੱਧੀ ਮੱਤ ਮਰ ਜਾਂਦੀ ਨਸ਼ੇ ਨਾਲ। ਜਿਹੜਾ ਨਸ਼ਾ ਕਰੇਗਾ ਉਹ ਬੁੱਧੀ ਨੂੰ ਨਹੀਂ ਵਰਤ ਸਕਦਾ, ਉਹ ਚੇਤਨ ਨੂੰ ਨਹੀਂ ਵਰਤ ਸਕਦਾ। ਸਾਧੂ ਮਹਾਤਮਾ ਅੰਦਰੋਂ ਸੁੰਨੇ ਸੁੰਨ ਮਿਲਿਆ ਸਮੁੰਦਰ ਸੀ, ਪਵਨ ਰੂਪ ਹੋਏ ਜਾਏਂਗੇ। ਭਗਤ ਕਬੀਰ ਸਾਹਿਬ ਜੀ। ਸੁਨੋ ਸੁਨ ਆਖੇ ਸਭ ਕੋਈ, ਅਨਤ ਸੁਧ ਸੁਨ ਕਹਾਂ ਤੇ ਹੋਈ। ਅਨਤ ਸੁਨ ਰਤੇ ਸੇ ਕੈਸੇ, ਸਿੱਧ ਗੋਸ਼ਟ। ਭਗਤ ਗੁਰੂ ਨਾਨਕ ਸਾਹਿਬ ਦੇ ਉਹ ਸਵਾਲ ਪਏ ਕਰਦੇ। ਸੁਨ ਸਮਾਧ ਲੱਗੀ ਸੁਨ ਸਮਾਧ ਲੱਗੀ ਨਾਲ ਪਰਮਾਤਮਾ ਦੇ। ਸ਼ਾਂਤ ਚਿੱਤ ਹੋ ਕੇ ਬੈਠੇ ਹੋਏ ਨੇ। ਮਨ ਕਲਪਨਾ ਤੋਂ ਕੋਹਾਂ ਦੂਰ ਜਾ ਚੁੱਕਾ ਹੈ, ਜਿਹਨੂੰ ਭਗਤ ਰਾਮਾਨੰਦ ਜੀ ਕਹਿੰਦੇ ਨੇ, ਮੇਰਾ ਚਿੱਤ ਨਾ ਚੱਲੇ। ਬਿਲਕੁਲ ਨਹੀਂ ਚੱਲਦਾ। ਇਹ ਚੱਲੂਗਾ ਤੇ ਇਹਦੇ ਵਿੱਚ ਵਿਚਾਰ ਆਉਣੇ ਨੇ। ਜਿਸ ਤਰ੍ਹਾਂ ਗੱਡੀ ਨੂੰ ਟਾਇਰਾਂ ਨੇ ਚਲਾਉਣਾ ਵਾ ਨਾ, ਟਾਇਰ ਲਾ ਦਿਓ ਤਾਂ ਗੱਡੀ ਨਹੀਂ ਚੱਲੇਗੀ। ਤੇ ਚਿੱਤ ਨੂੰ ਕਿਸ ਨੇ ਚਲਾਉਣਾ ਹੈ? ਵਿਚਾਰ ਨੇ। ਵਿਚਾਰ ਹੀ ਨੂੰ ਲੈ ਕੇ ਗਿਆ ਉਹ ਫਲਾਣਾ ਬੰਦਾ ਹੀ। ਵਿਚਾਰ ਦੁਆਰਾ ਹੀ ਚਿੱਤ ਵਿਦੇਸ਼ ਵਿੱਚ ਗਿਆ। ਵਿਚਾਰ ਦੁਆਰਾ ਹੀ ਚਿੱਤ ਮਿੱਤਰ ਹੋ ਗਿਆ। ਵਿਚਾਰ ਦੁਆਰਾ ਹੀ ਚਿੱਤ ਵੈਰੀ ਹੋ ਗਿਆ।
ਤੇ ਜਦੋਂ ਵਿਚਾਰ ਨਹੀਂ ਹੈ ਫਿਰ ਸਮਝ ਲਓ ਚਿੱਤ ਚੱਲ ਨਹੀਂ ਰਿਹਾ। ਵਿਚਾਰ ਨੇ ਹੀ ਚਿੱਤ ਨੂੰ ਚਲਾਉਣਾ ਹੈ। ਤੇ ਜਿਹਦੇ ਚਿੱਤ ਨੂੰ ਵਿਚਾਰ ਚਲਾਈ ਜਾਣ ਉਹਨੂੰ ਕਹਿੰਦੇ ਨੇ ਬਹੁਤ ਚੰਚਲ ਹੈ, ਚੱਲ ਰਿਹਾ ਹੈ। ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ। ਇਹ ਧਰਤੀ ਉੱਤੇ ਕਿਸੇ ਵਿਰਲੇ ਦਾ ਚਿੱਤ ਰੁਕਦਾ ਹੈ। ਜੇ ਕੇਵਲ ਚਿੱਤ ਨੂੰ ਗੁਰੂ ਕਿਰਪਾ ਕਰੇ ਤਾਂ ਚਿੱਤ ਰੁਕਦਾ ਹੈ। ਮੈਂ ਬਾਰ-ਬਾਰ ਇੱਕ ਗੱਲ ਗੁਰਬਾਣੀ ਵਿੱਚੋਂ ਗੱਲ ਲੈ ਕੇ ਦੱਸਦਾ ਹੁੰਦਾ ਹੈ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਜਾ ਕੇ ਸ਼੍ਰੀ ਲਹਿਣਾ ਜੀ ਹੋਰਾਂ ਨੇ ਮੱਥਾ ਟੇਕਿਆ ਤੇ ਪਹਿਲਾ ਕੰਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ, ਉਹਦੇ ਚਿੱਤ ਨੂੰ ਬੰਦ ਕਰ ਦਿੱਤਾ ਹੈ। ਤੈਂ ਧਰਿਓ ਮਸਤਕ ਹੱਥ। ਇਹ ਜਿਹੜਾ ਕਹਿੰਦੇ ਨਾ ਗੁਰਿਆਈ ਦਾ ਤਿਲਕ ਲਾਉਂਦੇ ਸਨ, ਉਹ ਗੂਠਾ ਲਾਉਂਦੇ ਸਨ ਮੱਥੇ ਦੇ ਸੈਂਟਰ ਵਿੱਚ, ਜਿੱਥੇ ਦੋਹਾਂ ਅੱਖਾਂ ਦਾ ਸੈਂਟਰ ਬਣਦਾ ਹੈ ਨੱਕ ਦੇ ਉੱਪਰ। ਇੱਥੋਂ ਹੀ ਚਿੱਤ ਚੱਲਦੇ ਨੇ। ਗੁਰੂ ਕੀ ਕਰਦਾ ਸੀ, ਫਿਰ ਇਸ ਜਗ੍ਹਾ 'ਤੇ ਆਪਣਾ ਗੂਠਾ ਲਾਉਂਦਾ ਸੀ ਤੇ ਗੂਠੇ ਨਾਲ ਨੱਪ ਦਿੰਦਾ ਸੀ ਉਹ ਸਪੇਸ ਜਿਹਦੇ ਵਿੱਚ ਚਿੱਤ ਚੱਲਦਾ ਹੈ, ਜਿਹਨੂੰ ਕਹਿੰਦੇ ਨੇ ਗਗਨ। ਗਗਨ ਮਾਨੇ ਖੁੱਲ੍ਹੀ ਜਗ੍ਹਾ ਜਿਹਦੇ ਵਿੱਚ ਚਿੱਤ ਚੱਲਦਾ ਹੈ। ਉਸ ਗਗਨ ਦੇ ਅੰਦਰ, ਉਸ ਖੁੱਲ੍ਹੀ ਜਗ੍ਹਾ ਦੇ ਅੰਦਰ, ਗਗਨ ਮਾਨੇ ਸਪੇਸ, ਖੁੱਲ੍ਹੀ ਜਗ੍ਹਾ। ਗਗਨ ਮੈਂ ਥਾਲ, ਗਗਨ ਦਮਾਮਾ ਬਾਜਿਓ। ਉਸ ਖੁੱਲ੍ਹੀ ਜਗ੍ਹਾ ਜਿੱਥੇ ਚਿੱਤ ਬੜਾ ਭੱਜਦਾ ਸੀ, ਉੱਥੇ ਸ਼ਬਦ ਆ ਗਿਆ। ਉੱਥੇ ਸ਼ਬਦ ਨੇ ਆਵਾਜ਼ ਦੇ ਦਿੱਤੀ। ਗੁਰੂ ਦੀ ਆਵਾਜ਼ ਉਸ ਜਗ੍ਹਾ 'ਤੇ ਪਹੁੰਚ ਗਈ। ਉੱਥੇ ਸ਼ਬਦ ਦਾ ਧੌਂਸਾ ਵੱਜਿਆ, ਨਗਾਰਾ ਵੱਜਿਆ। ਗਗਨ ਉਸ ਖੁੱਲ੍ਹੀ ਜਗ੍ਹਾ 'ਚ, ਗਗਨ ਦਮਾਮਾ ਬਾਜਿਓ। ਤੇ ਹੋਇਆ ਕੀ ਹੈ ਉਸ ਖੁੱਲ੍ਹੀ ਜਗ੍ਹਾ 'ਚ ਜਿੱਥੇ ਸਦਾ ਚਿੱਤ ਚੱਲਦਾ ਸੀ, ਜਿਸ ਨੂੰ ਗੁਰੂ ਰੋਕਦਾ ਹੈ ਗੂਠਾ ਲਾ ਕੇ। ਪਰ ਉਹ ਨਿਸ਼ਾਨੇ ਕਾਓ, ਉੱਥੇ ਹੁਣ ਦਾਗ ਲੱਗ ਗਿਆ, ਟੋਆ ਪੈ ਗਿਆ। ਘਾਉ ਮਨੇ ਟੋਆ ਪੈ ਜਾਣਾ। ਜਿਸ ਤਰ੍ਹਾਂ ਕਿਸੇ ਟੋਏ ਵਿੱਚ ਕੋਈ ਡੰਗਰ ਡਿੱਗ ਪਵੇ, ਵੱਛਾ ਡਿੱਗ ਪਏ, ਗਾਂ ਡਿੱਗ ਪਏ, ਬਿੱਲੀ ਡਿੱਗ ਪਏ, ਮੁੜ ਕੇ ਉਹ ਦੌੜ ਨਹੀਂ ਸਕਦੀ। ਉੱਥੇ ਜਦ ਪਰਿਓ ਨਿਸ਼ਾਨੇ ਘਾਉ, ਜਦੋਂ ਗੁਰੂ ਨੇ ਉੱਥੇ ਰਹਿਮਤ ਕੀਤੀ, ਉੱਥੇ ਟੋਆ ਪੈ ਗਿਆ, ਦਾਗ ਲੱਗ ਗਿਆ। ਪਰਿਓ ਨਿਸ਼ਾਨੇ ਘਾਉ। ਤੇ ਉਹ ਫਿਰ ਖੇਤ ਜੋ ਮਾਂਡਿਓ ਸੂਰਮਾ, ਉਹ ਵਿਅਕਤੀ ਹੀ ਇਸ ਜਿਹੜੀ ਸਰੀਰੂਪੀ ਰਣ ਭੂਮੀ ਆ, ਜਿਹਦੇ ਅੰਦਰ ਅਸੀਂ ਕ੍ਰੋਧ ਨਾਲ ਲੜਨਾ ਹੈ, ਮੋਹ ਨਾਲ ਲੜਨਾ ਹੈ, ਹੰਕਾਰ ਨਾਲ ਲੜਨਾ ਹੈ, ਵਾਸ਼ਨਾ ਨਾਲ ਲੜਨਾ ਹੈ, ਬੜਾ ਕੁਝ ਲੜਨ ਨੂੰ ਪਿਆ ਹੈ। ਉਸ ਦੇ ਨਾਲ ਉਹ ਬੰਦਾ ਫਿਰ ਲੜ ਸਕਦਾ ਹੈ। ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਉਹ ਸੂਰਮਾ ਹੈ, ਉਹ ਰੁਕ ਗਿਆ। ਹੁਣ ਇਹਦੀ ਵਿਆਖਿਆ ਫਿਰ ਆਪਾਂ ਕਿਤੇ ਕਰਾਂਗੇ। ਅਬ ਜੂਝਣ ਕੋ ਦਾ, ਉਹਦਾ ਦਾਲ ਲੱਗ ਗਿਆ, ਜੂਝਦਿਆਂ ਗੱਲ ਬਣ ਗਈ ਉਸ ਦੀ। ਉਹ ਕਹਿੰਦਾ ਸੁਨ ਸਮਾਧ ਲੱਗੀ ਨਾਲ ਪਰਮਾਤਮਾ ਦੇ। ਲੋਕਾਂ ਨੂੰ ਕੀ ਪਤਾ ਸੰਤ ਸੁੱਤੇ ਆ ਕੇ ਜਾਗਦੇ, ਸੁੱਤੇ ਆ ਕੇ ਜਾਗਦੇ। ਇਹ ਲੋਕਾਂ ਨੂੰ ਕੀ ਪਤਾ ਹੈ। ਕਈ ਕਹਿੰਦੇ ਨੇ ਸੰਤ ਸੁੱਤੇ ਸੀ। ਨਹੀਂ, ਸੰਤ ਇਹੋ ਜਾਗਣੀ ਜਾਗ ਗਿਆ, ਹੁਣ ਉੱਥੇ ਨੀਂਦ ਹੀ ਨਹੀਂ ਹੈ। ਬਸ ਫਲਾਣੇ ਸੰਤ ਜਿਹੜੇ ਸੀ, ਉਹ 100 ਖੰਡ ਪਾਠ, ਆਪਣਾ 100 ਜਪਜੀ ਸਾਹਿਬ ਦਾ ਪਾਠ ਕਰਦੇ ਸੀ। ਨਹੀਂ, ਸੰਤ ਨੂੰ ਇੰਨੇ ਲੰਮੇ ਚੌੜੇ ਪਾਠ ਪੂਜਾ ਦੀ ਲੋੜ ਨਹੀਂ ਹੈ। ਬਾਬਾ ਅਤਰ ਸਿੰਘ ਜੀ ਇੱਕ ਵਾਰੀ ਵਾਹਿਗੁਰੂ ਕਹਿੰਦੇ ਤੇ 24 ਘੰਟੇ ਵਸਮਾਦ 'ਚ ਰਹਿੰਦੇ ਸਨ। ਐਡੀ ਕੋਈ ਵੱਡੀ ਚੌੜੀ ਲੋੜ ਨਹੀਂ ਹੈ। ਲੋਕਾਂ ਨੂੰ ਕੀ ਪਤਾ ਸੰਤ ਸੁੱਤੇ ਆ ਕੇ ਜਾਗਦੇ। ਉਹ ਬਾਹਰੋਂ ਸੁੱਤੇ ਹੋ ਸਕਦੇ ਆ,
ਅੰਦਰੋਂ ਪਰਮ ਆਨੰਦ ਨੇ ਉਸ ਨੂੰ ਜਗਾ ਕੇ ਰੱਖਿਆ ਹੋਇਆ। ਇੰਨਾ ਆਨੰਦ, ਇੰਨੀ ਖੁਸ਼ੀ, ਇੰਨਾ ਖੇੜਾ, ਉੱਥੇ ਨੀਂਦ ਕਿੱਥੇ ਆ। ਕੱਲ੍ਹ ਵੀ ਕੋਈ ਕਹਿ ਰਿਹਾ ਸੀ ਕਿ ਉਹਨੂੰ ਰਾਤ ਨੂੰ 10 ਵਜੇ ਫੋਨ ਆ ਗਿਆ, ਤੇਰੀ 2 ਲੱਖ ਦੀ ਲਾਟਰੀ ਨਿਕਲੀ ਆ, ਨਾ ਮਾਫ਼ ਕਰਨਾ 2 ਕਰੋੜ ਦੀ। ਰਾਤ ਨੂੰ ਰੋਟੀ ਪਾਣੀ ਖਾਂਦੇ ਟੱਬਰ ਸੌਂ ਜਾਣਾ ਸੀ, ਅਤੇ ਉਹਨੇ ਚਿਰ ਨੂੰ ਫੋਨ ਆ ਗਿਆ ਵੀ ਤੁਹਾਡੀ ਤਾਂ 2 ਕਰੋੜ ਦੀ ਲਾਟਰੀ ਨਿਕਲੀ ਆ, ਅਤੇ ਸਾਰੀ ਰਾਤ ਟੱਬਰ ਨੂੰ ਨੀਂਦ ਨਹੀਂ ਆਈ। ਭਾਵ ਕਿ ਮਾਇਆ ਨੇ ਆਨੰਦ ਪੈਦਾ ਕਰ ਦਿੱਤਾ। ਮਾਇਆ ਆ ਜਾਣੀ, ਖੁੱਲ੍ਹੀ ਆ ਜਾਣੀ ਮਾਇਆ। ਉਸ ਖੁਸ਼ੀ ਨੇ ਹੀ, ਉਸ ਆਨੰਦ ਨੇ ਹੀ ਸੌਣ ਨਹੀਂ ਦਿੱਤਾ ਸਾਰੀ ਰਾਤ। ਅਤੇ ਸੰਤਾਂ ਕੋਲ ਤਾਂ ਬਹੁਤ, ਤਿੱਥੇ ਨਾਦ ਬਨੋਦ ਕੋਡ ਆਨੰਦ। ਏਡੇ ਵੱਡੇ ਆਨੰਦ ਵਿੱਚ, ਏਡੇ ਵੱਡੇ ਰਸ ਵਿੱਚ, ਉੱਥੇ ਨੀਂਦ ਕਿੱਥੇ ਹੈ। ਹੱਥ ਤਸਬੀ ਨਾ ਮਾਲਾ, ਭੇਗ ਭਗਵਾਨ ਨਾ ਕਾਲਾ। ਉਹ ਬਾਹਰੋਂ ਬਿਲਕੁਲ ਟੁੱਟ ਚੁੱਕੇ ਨੇ, ਨਾਨਕ ਭਗਤਾਂ ਸਦਾ ਵਿਕਾਸ। ਉਹ ਬਾਹਰੀਆਂ ਮਾਲਾ ਮੂਲਾਂ ਦੇ ਚੱਕਰ 'ਚ ਨਹੀਂ ਫਿਰਦੇ। ਹੱਥ ਤਸਬੀ ਨਾ ਮਾਲਾ, ਕੋਈ ਤਸਬੀ, ਕੋਈ ਮਾਲਾ ਨਹੀਂ ਉਹਨਾਂ ਦੇ ਹੱਥ ਵਿੱਚ। ਫਲਾਣੇ ਬੜੇ ਸੰਤ, ਬੜੇ ਸੰਤ, ਅਤੇ ਬੱਚਿਆਂ ਨੂੰ ਅਜੇ ਮਾਲਾ ਪਏ ਫੇਰਦੇ ਨੇ। ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਅੱਗੇ ਬੜਾ ਬਦਨਾਮ ਹੈ। ਹਾਂਜੀ, ਮਾਲਾ ਪਏ ਫੇਰ। ਪੂਰਨ ਸੰਤ ਨੇ, ਉਹ ਸੰਤ ਕਦੀ ਮਾਲਾ ਫੇਰਦੇ ਹੁੰਦੇ? ਹਾਂ, ਸੰਤ ਹੋਣ ਵਾਸਤੇ ਮਾਲਾ ਵਾ, ਹੋ ਗਏ ਫਿਰ ਮਾਲਾ ਨਹੀਂ ਹੈ। ਹੱਥ ਤਸਬੀ ਨਾ ਮਾਲਾ, ਭੇਗ ਭੇਸ ਭਗਵਾਨ ਨਾ ਕਾਲਾ। ਕੋਈ ਕੱਪੜਿਆਂ 'ਚ ਨਹੀਂ ਉਹ ਫਸੇ ਹੋਏ, ਕੋਈ ਮਾਲਾ 'ਚ ਨਹੀਂ ਫਸੇ ਹੋਏ। ਉਹ ਤਾਂ ਸੁਨ ਨਾ ਸਰਈਅਤ ਨਾ ਕੋਈ ਕੰਮ, ਉੱਥੇ ਨਿਵਾਜ ਦੇ। ਕਿਸੇ ਸੁੰਨਤ ਦੀ ਲੋੜ ਨਹੀਂ ਆ, ਕਿਸੇ ਸਰਾਂ ਦੀ ਲੋੜ ਨਹੀਂ ਆ। ਮਰਜ਼ਾਦਾ ਹੈ ਨਾ, ਅੰਮ੍ਰਿਤ ਵੇਲੇ ਉੱਠੋ, ਮਰਜ਼ਾਦਾ ਨਾ 5 ਬਾਣੀਆਂ ਪੜ੍ਹੋ, ਮਰਜ਼ਾਦਾ ਹੀ ਹੈ ਨਾ। ਇਹਨੂੰ ਕਹਿੰਦੇ ਨੇ ਸ਼ਰ੍ਹਾ, ਮਰਜ਼ਾਦਾ ਹੀ ਹੈ ਨਾ। ਗੁਰਦੁਆਰੇ ਆਓ, ਇਹ ਮਰਜ਼ਾਦਾ ਹੀ ਨੇ, ਸ਼ਰ੍ਹਾ ਹੀ ਆ। ਅਤੇ ਜਿਹੜੇ ਆਨੰਦ ਭਰਪੂਰ ਹੋ ਗਏ ਨੇ, ਉਹ ਇਹਨਾਂ ਗੱਲਾਂ ਤੋਂ ਮੁਕਤ ਹੋ ਗਏ ਨੇ। ਸ਼ਰ੍ਹਾ ਸ਼ਰੀਅਤ ਨਾ ਕੰਮ, ਉੱਥੇ ਕੋਈ ਨਿਵਾਜ ਦੇ। ਕੋਈ ਪਾਠ ਪੂਜਾ ਨਹੀਂ ਉਹ ਕਰਦੇ, ਆਪਣੇ ਆਨੰਦ 'ਚ ਮਗਨ ਪਏ ਨੇ। ਜੇ ਗੁਰਬਾਣੀ ਵਿੱਚ ਉਦਾਹਰਨ ਲੱਭਣੀ ਹੋਵੇ ਤੇ ਭਗਤ ਸੂਰਦਾਸ ਦੀ ਇੱਕੋ ਹੀ ਤੁੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਾਹਮਣੇ ਬੈਠ ਕੇ ਭਗਤ ਸੂਰਦਾਸ ਨੇ ਕਹੀ ਹੈ, ਰੇ ਮਨ ਛੋੜ ਹਰ ਬੇਮੁਖਣ ਕੋ ਸੰਗ। ਗੁਰੂ ਅਰਜਨ ਦੇਵ ਕਹਿੰਦੇ, ਭਗਤ ਜੀ ਤੁਸੀਂ ਬਾਣੀ ਲਿਖਾਓ ਜੇ। ਅਤੇ ਜਦੋਂ ਭਗਤ ਸੂਰਦਾਸ ਨੇ ਇਹੋ ਤੁੱਕ ਪੜ੍ਹੀ, ਛਾੜ ਰੇ ਮਨ ਹਰ ਬੇਮੁਖਣ ਕੋ ਸੰਗ, ਇੰਨੀਆਂ ਕਹਿੰਦਿਆਂ ਸਮਾਧੀ ਲੱਗ ਗਈ। ਭਾਈ ਗੁਰਦਾਸ ਜੀ ਉਹਨਾਂ ਨੇ ਤੁੱਕ ਲਿਖ ਲਈ ਅਤੇ ਕਹਿੰਦੇ ਹੋਰ ਲਿਖਾਓ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਨਹੀਂ ਹੁਣ ਨਹੀਂ ਇਹ ਲਿਖਾਈ ਜਾਣੀ, ਇਹ ਮੁਕਤ ਹੋ ਗਏ, ਇਹ ਅੱਖਰਾਂ ਤੋਂ ਹੀ ਮੁਕਤ ਹੋ ਗਏ। ਹਾਂ, ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ, ਪਰਸਤ ਪੈਰ ਸਿਜਤ ਤੇ ਸੁਆਮੀ, ਅੱਖਰ ਜਿਨ ਕੋ ਆਇਆ। ਉਹ ਅੱਖਰ ਜਿਦ ਕੋ ਆ ਜੇ, ਫਿਰ ਅੱਖਰਾਂ ਤੋਂ ਹੀ ਮੁਕਤ ਹੋ ਜਾਂਦਾ ਬੰਦਾ। ਨਹੀਂ ਲਿਖਾ ਸਕੇ ਭਗਤ ਸੂਰਦਾਸ ਦੀ ਅਗਲੀ ਤੁੱਕ, ਫਿਰ ਗੁਰੂ ਅਰਜਨ ਦੇਵ ਨੇ ਸ਼ਬਦ ਪੂਰਾ ਕੀਤਾ। ਇਹ ਹੈ ਭਗਤਾਂ ਦੀ ਨਿਸ਼ਾਨੀ। ਭਗਤ ਲੱਛਣ ਪ੍ਰਭ ਵਸ ਪਏ। ਕੋਈ ਉੱਥੇ ਲੋੜ ਨਹੀਂ ਹੈ ਕਰਮ ਕਾਂਡ ਦੀ, ਸ਼ਰ੍ਹਾ ਦੀ। ਪਰ ਅਸੀਂ ਜਿਹੜਾ ਕੋਈ ਭੰਗ ਪੀ ਲਵੇ, ਨਸ਼ੇ ਕਰ ਲਏ, ਕੋਈ ਚਿੜੀਆਂ ਕਾਂ ਰੱਖੇ, ਅਸੀਂ ਉਹਨੂੰ ਸੰਤ ਮੰਨਦੇ। ਕਿਸੇ ਨੇ 2 ਗੱਲਾਂ ਲਿਖੀਆਂ, ਬਾਣੀ ਤਾਂ ਨਹੀਂ ਹੈ। ਭਗਤ ਕਬੀਰ ਨੇ ਕਿਹਾ, ਉਹ ਗੁਰਬਾਣੀ ਤੋਂ ਬਾਅਦ ਵਾ, ਉਹ ਕਹਿੰਦਾ ਗਿਰੀ ਹੋਏ ਕਿ ਕਥੇ ਗਿਆਨ। ਗ੍ਰਸਤੀ ਬੰਦਾ ਵਾਸਨਾ 'ਚ ਫਸਿਆ ਹੋਇਆ, ਟੱਬਰ 'ਚ ਫਸਿਆ, ਅਤੇ ਉਹ ਗਿਆਨ ਦੀਆਂ ਗੱਲਾਂ ਕਰੇ ਜਿਹਨੂੰ ਪਤਾ ਹੀ ਕੋਈ ਨਹੀਂ।
ਗਿਰਹੀ ਹੋਏ ਕੇ ਕਥੇ ਗਿਆਨ, ਅਮਲੀ ਹੋਏ ਕੇ ਧਰੇ ਧਿਆਨ। ਕੋਈ ਨਸ਼ਾ ਵੀ ਪੀਂਦਾ ਹੋਵੇ, ਕੱਲ੍ਹ ਨੂੰ ਆਪਾਂ ਇਹਦੀ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਨਸ਼ਾ ਦਿੱਤਾ ਜੋਗੀਆਂ ਨੇ, ਉਹ 'ਤੇ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਹੁਣ ਅੱਜ ਤੇ ਸ਼ਾਇਦ ਆਪਾਂ ਇਹ ਭਗਤ ਦੇ ਅਰਥਾਂ ਦੀ ਸ਼ਾਇਦ ਅੱਜ ਐਂਡ ਕਰ ਦਈਏ, ਜੇ ਹੋ ਗਿਆ ਤਾਂ, ਨਹੀਂ ਫਿਰ ਚੱਲ ਪਾਂਗੇ ਗਾਂ। ਅਮਲੀ ਹੋਏ ਕੇ ਧਰੇ ਧਿਆਨ, ਨਸ਼ੇੜੀ ਆ ਉਹ ਬੰਦਾ ਧਿਆਨ ਜੋੜਨਾ ਚਾਹਵੇ ਰੱਬ ਨਾਲ ਜੁੜ ਨਹੀਂ ਸਕਦਾ। ਸਾਧੂ ਹੋਏ ਕੇ ਘੋਟੇ ਭੰਗ, ਆਪਣੇ ਆਪ ਨੂੰ ਭਗਤ ਸਦਾਉਂਦਾ, ਭਗਤ ਹੋਏ ਕੇ ਘੋਟੇ ਭੰਗ, ਤੇ ਭੰਗ ਦੇ ਆਸਰੇ ਜ਼ਿੰਦਗੀ ਜੀਂਦਾ ਹੈ। ਕਹਿ ਕਬੀਰੇ ਤੀਨੋਂ ਠੱਗ, ਉਹ ਗ੍ਰਸਤੀ ਤੇ ਉਹ ਅਮਲੀ ਤੇ ਉਹ ਸਾਧੂ। ਕਬੀਰ ਸਿੰਘ ਇਹਨਾਂ ਨੂੰ ਠੱਗ ਮੰਨਦਾ ਹੈ, ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਤੋ ਆਓ ਆਪਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤ ਲਛਣ ਅਬ ਮੈਂ ਬਖਾਨੋ, ਕਿਸ ਨੇ ਲਿਖਿਆ, ਅਗਰ ਬੰਦੇ ਤੂੰ ਭਗਤਾਂ ਬਾਰੇ ਸੁਣਨਾ ਚਾਹਵੇਂ, ਭਗਤ ਕਿਸ ਤਰ੍ਹਾਂ ਦੇ ਹੁੰਦੇ ਨੇ, ਸੰਤ ਕਿਸ ਤਰ੍ਹਾਂ ਦੇ ਹੁੰਦੇ ਨੇ, ਮੈਂ ਤੈਨੂੰ ਦੱਸਦਾ। ਉਹ ਕਵੀ ਲਿਖਦਾ ਹੈ ਕਿ ਭਗਤ ਲਛਣ ਅਬ ਮੈਂ ਬਖਾਨੋ, ਕਿਆ ਪਰਜਾ ਕਿਆ ਰਾਓ ਹੈ, ਸਭ ਏਕ ਸਮਾਨੋ। ਸਾਧੂ ਦਾ ਵੱਡਾ ਲੱਛਣ ਇਹ ਆ, ਉਹਦੇ ਵਾਸਤੇ ਕਿਆ ਪਰਜਾ ਕਿਆ ਰਾਓ ਹੈ, ਕਿਆ ਦੁਨੀਆ ਤੇ ਕਿਆ ਰਾਜਾ, ਸਭ ਏਕ ਸਮਾਨੋ। ਉਹਦੇ ਵਾਸਤੇ ਇੱਕ ਭਿਖਾਰੀ, ਗਰੀਬ ਤੇ ਰਾਜਾ, ਉਹ ਦੋਵਾਂ ਨੂੰ ਇੱਕ ਜੈਸਾ ਹੀ ਜਾਣਦਾ ਹੈ। ਅਸੀਂ ਵੱਡੇ ਬੰਦੇ ਦਾ ਭੈ ਮੰਨਦੇ ਹਾਂ ਤੇ ਛੋਟੇ ਨੂੰ ਡਰਾਉਂਦੇ ਹਾਂ, ਇਸ ਤਰ੍ਹਾਂ ਹੀ ਹੁੰਦਾ ਨਾ। ਵੱਡੇ ਤੋਂ ਅਸੀਂ ਡਰਦੇ ਹਾਂ, ਛੋਟੇ ਨੂੰ ਅਸੀਂ ਡਰਾਉਂਦੇ ਹਾਂ। ਵੱਡੇ ਨੂੰ ਅਸੀਂ ਮਾਣ ਸਨਮਾਨ ਦਿੰਦੇ ਹਾਂ, ਛੋਟੇ ਤੋਂ ਅਸੀਂ ਆਪਣਾ ਮਾਣ ਸਨਮਾਨ ਲੈਂਦੇ ਹਾਂ। ਸਾਡੇ ਅੰਦਰ ਤਾਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ। ਵੱਡਿਆਂ ਨੂੰ ਅਸੀਂ ਬਹੁਤ ਮੰਨਦੇ ਹਾਂ, ਛੋਟਿਆਂ ਨੂੰ ਅਸੀਂ ਮੰਨਦੇ ਹੀ ਨਹੀਂ, ਤਿਰਸਕਾਰ ਕਰਦੇ ਹਾਂ ਛੋਟਿਆਂ ਦਾ ਤਾਂ। ਪਰ ਸਾਧੂ ਦੀ ਜ਼ਿੰਦਗੀ ਵਿੱਚ ਇਹ ਨਹੀਂ ਗਾ, ਜੇ ਉਹ ਰਾਜੇ ਦਾ ਮਾਣ ਕਰੇਗਾ ਤੇ ਆਮ ਗਰੀਬ ਦਾ ਵੀ ਓਨਾ ਹੀ ਮਾਣ ਕਰੇਗਾ। ਜਦੋਂ 1975 ਦੇ ਲਾਗੇ ਦੀ ਗੱਲ ਹੈ, ਬਾਬਾ ਖੜਕ ਸਿੰਘ ਨੇ, ਬੀੜ ਬੁੱਢਾ ਸਾਹਿਬ ਵਾਲੇ ਬਾਬਾ ਖੜਕ ਸਿੰਘ ਜੀ, ਜਿਨ੍ਹਾਂ ਨੇ ਗੋਂਦਵਾਲ ਸਾਹਿਬ ਤੋਂ ਜਿਹੜਾ ਰਸਤਾ ਜਾਂਦਾ ਸੁਲਤਾਨਪੁਰ ਲੋਧੀ ਨੂੰ, ਅਤੇ ਗੋਂਦਵਾਲ ਸਾਹਿਬ ਦੇ ਲਾਗੇ ਦਰਿਆ ਉੱਤੇ ਪੁਲ ਬੰਨ੍ਹਿਆ, ਵੱਜਦਾ ਨਹੀਂ ਸਰਕਾਰ ਕੋਲ। ਬਾਬਾ ਖੜਕ ਸਿੰਘ ਨੇ ਆਖਿਆ ਅਸੀਂ ਬੰਨ੍ਹ ਦਿਆਂਗੇ। ਜਿਹੜਾ ਕਿਸੇ ਕੋ ਕੰਮ ਨਾ ਹੋਵੇ ਸਾਧ ਕਰ ਦਿੰਦੇ ਹੁੰਦੇ। ਇਹ ਹੁਣ ਸਾਧ ਨਹੀਂ ਰਹੇ, ਇਹ ਕਾਰ ਸੇਵਾ ਵਾਲੇ ਬਾਬੇ ਬੜੇ ਬੜੇ ਸ਼ਕਤੀਵਾਨ ਹੋਏ ਨੇ, ਬੜੇ ਬੜੇ ਕਰਾਮਾਤੀ ਹੋਏ ਨੇ। ਇਹ ਹੁਣ ਸੇਵਾ ਦੇ ਨਾਂ 'ਤੇ ਵੀ ਧੰਦਾ ਕਮਾਉਂਦੇ ਨੇ। ਉਹ ਜਦੋਂ ਪੁਲ ਵੱਜਾ ਅਤੇ ਲੀਡਰ ਆਏ, ਉਦਘਾਟਨ ਹੋਣਾ ਸੀ, ਸਰੋਪੇ ਲਿਆਂਦੇ ਗਏ ਵੀ ਬਾਬਾ ਜੀ ਲੀਡਰਾਂ ਨੂੰ ਪਾਉਣਗੇ। ਅਤੇ ਜਦੋਂ ਲੀਡਰ ਆਏ ਅਤੇ ਬਾਬਾ ਖੜਕ ਸਿੰਘ ਨੂੰ ਸਰੋਪੇ ਦਿੱਤੇ ਗਏ, ਅਤੇ ਬਾਬਾ ਖੜਕ ਸਿੰਘ ਨੇ ਉਹਨਾਂ ਲੋਕਾਂ ਦੇ ਗਲ 'ਚ ਸਰੋਪੇ ਪਾ ਤੇ ਜਿਹੜੇ ਟੋਕਰੀਆਂ ਢੋਂਦੇ ਰਹੇ ਸੀ। ਕਹਿਣ ਲੱਗੇ ਇਹਨਾਂ ਨੂੰ ਕਾਹਦੇ ਸਰੋਪੇ ਦੇਣੇ ਲੀਡਰ ਨੂੰ, ਇਹਨਾਂ ਕੋਲ ਟੋਕਰੀ ਢੋਈ ਇੱਥੇ ਸਰੋਪੇ ਲੈਣ ਆ ਗਏ ਨੇ। ਉਹ ਬੜੇ ਗਰਮ ਸੁਭਾਅ ਦੇ ਸਨ, ਸਾਧ ਸਾਨੂੰ ਬਾਬਾ ਖੜਕ ਸਿੰਘ ਜੀ, ਬੀੜ ਬੁੱਢਾ ਸਾਹਿਬ ਵਾਲੇ। ਇਹ ਹੈ ਸਾਧਾਂ ਦੀ ਨਿਸ਼ਾਨੀ। ਉਹਨਾਂ ਦੇ ਦਿਲ 'ਚ ਕੋਈ ਮਾਣ ਸਨਮਾਨ ਨਹੀਂ ਰਾਜਿਆਂ ਮਹਾਰਾਜਿਆਂ ਵਾਸਤੇ। ਗਰੀਬ ਨੂੰ ਤਾਂ ਮਾਣ ਦੇ ਦੇਣਗੇ, ਉਹ ਅਮੀਰ ਨੂੰ ਨਹੀਂ ਮਾਣ ਦੇਣਗੇ। ਅਮੀਰ ਨੂੰ ਦੂਰ ਹੀ ਰਹਿਣਗੇ ਅਮੀਰਾਂ ਤੋਂ ਤਾਂ। ਕਿਆ ਪਰਜਾ ਕਿਆ ਰਾਉ ਕਹਿ, ਸਭ ਏਕ ਸਮਾਨੋ, ਲੋ ਮੋਹ ਜਿਨ ਕੀਓ ਹਾਨੋ। ਲੋ ਸਾਧੂ ਦੀ ਵੱਡੀ ਨਿਸ਼ਾਨੀ ਜੇ ਕਿ ਲੋਭ ਮੋਹ, ਅਸੀਂ ਤਾਂ ਲੋਭ ਨਾ ਭਰੇ ਹਾਂ, ਮੋਹ ਨਾ ਭਰੇ ਪਏ ਹਾਂ।
ਜਿਨ ਕੀਨੋ ਹਾਨੋ, ਹਾਨੋ ਮੈਨੇ ਖਤਮ ਕਰ ਦੇਣਾ, ਨਾਸ ਕਰ ਦੇਣਾ। ਸੁਣਿਆ ਦੁਖ ਪਾਪ ਕਾ ਨਾਸ। ਕਹਿੰਦੇ ਸਾਧੂ ਉਹ ਆ ਭਗਤ ਉਹ ਆ ਜਿਹਦੇ ਹਿਰਦੇ ਵਿੱਚੋਂ, ਜਿਹਨੇ ਆਪਣੇ ਹਿਰਦੇ ਚੋਂ ਮੋਹ ਨੂੰ ਮਾਰ ਲਿਆ, ਮੋਹ ਨੂੰ ਮਾਰ ਲਿਆ। ਕ੍ਰੋਧ ਅਗਨ ਜੇ ਹਿਰਦੇ ਮਟਾਨੋ, ਅਗਲੀ ਨਿਸ਼ਾਨੀ ਭਗਤ ਦੀ। ਕ੍ਰੋਧ ਅਗਨ, ਜਿਹੜੀ ਕਾਮ ਹੈ, ਕ੍ਰੋਧ ਹੈ, ਇਹ ਅਗਨੀਆਂ ਨੇ। ਮੋਹ ਚਿੱਕੜ ਵਾ, ਤੇ ਲੋਭ ਜਿਹੜਾ ਵਾ ਉਹ ਮੈਲ ਵਾ। ਇਹ ਦੋ ਦੇ ਗਰੁੱਪ ਨੇ, ਕਾਮ ਤੇ ਕ੍ਰੋਧ। ਇਹ ਆਪਸ ਵਿੱਚ ਇਹਨਾਂ ਦੀ ਮਿੱਤਰਤਾ ਵਾ, ਇਹ ਇਕੱਠੇ ਨੇ। ਇਹ ਦੋਵੇਂ ਅਗਨੀ ਤੱਤ ਰੱਖਦੇ ਨੇ। ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ। ਮੋਹ ਜਿਹੜਾ ਉਹ ਚਿੱਕੜ ਵਾ, ਪੰਕਜ ਮੋਹ ਪੱਗ ਨਹੀਂ ਚਾਲੇ। ਲੋਭ ਜਿਹੜਾ ਉਹ ਮੈਲ ਵਾ। ਇਹ ਲੋਭ ਤੇ ਮੋਹ ਇਕੱਠੇ ਰਹਿੰਦੇ ਨੇ। ਚਿੱਕੜ ਵਾ, ਚਿੱਕੜ ਮੈਲ ਹੀ ਹੁੰਦੀ ਆ। ਜੇ ਮੋਹ ਚਿੱਕੜ ਵਾ ਤੇ ਲੋਭ ਵੀ ਮੈਲ ਵਾ। ਚਿੱਕੜ ਤੇ ਮੈਲ ਇਕੱਠੇ ਰਹਿੰਦੇ ਨੇ। ਹੰਕਾਰ ਇਕੱਲਾ ਹੀ ਹੈ, ਇਹ ਇਕੱਲਾ ਹੀ ਰਹਿੰਦਾ, ਇਹਦਾ ਨਾਲ ਦੂਸਰਾ ਨਹੀਂ ਕੋਈ ਹੁੰਦਾ। ਤੇ ਉਹ ਕਹਿੰਦੇ ਨੇ ਕ੍ਰੋਧ ਅਗਨ ਜੇ ਹਿਰਦੇ ਮਟਾਨੋ। ਜਿਸ ਵਿਅਕਤੀ ਦੇ ਹਿਰਦੇ ਵਿੱਚੋਂ ਇਹ ਦੋਵੇਂ ਅਗਨੀਆਂ ਖਤਮ ਹੋ ਗਈਆਂ, ਜਿਹੜਾ ਮੋਹ ਆ ਨਾ, ਇਹ ਉੱਪਰੋਂ ਠਾਹ ਨੂੰ ਆਉਂਦਾ ਹੈ। ਬੱਚਾ ਜੰਮਿਆ ਕੋਈ ਮੋਹ ਨਹੀਂ ਹੈ। ਵੱਡੇ ਉਹਦੇ ਮੋਹ ਕਰਦੇ ਨੇ, ਦਾਦਾ ਦਾਦੀ ਮਾਂ ਪਿਓ ਮੋਹ ਕਰਦੇ ਨੇ, ਬੱਚੇ ਨੂੰ ਨਹੀਂ ਕੋਈ ਮੋਹ ਹੈਗਾ। ਇਹ ਉੱਪਰੋਂ ਠਾਹ ਨੂੰ ਆਉਂਦਾ ਮੋਹ ਜਿਹੜਾ। ਤੇ ਜਿੱਦਣ ਆਪ ਬੰਦਾ ਵਿਆਹਿਆ ਜਾਂਦਾ, ਅਸਲੀ ਮੋਹ ਉਸ ਦਿਨ ਪੈਦਾ ਹੁੰਦਾ ਉਹਦੇ ਅੰਦਰ। ਕਿਉਂ? ਉਹਨੇ ਗਾਹ ਮੋਹ ਵੰਡਣਾ ਹੁੰਦਾ ਹੈ। ਫਿਰ ਉਹ ਜਿੰਨਾ ਆਪਣੀ ਘਰ ਦੀ ਨਾ ਮੋਹ ਕਰੇਗਾ, ਮਾਂ ਪਿਓ ਨਾਲ ਉਹਨਾਂ ਮੋਹ ਨਹੀਂ ਕਰਦਾ। ਉਹ ਵਿਆਹ ਤੋਂ ਮੋਹ ਸ਼ੁਰੂ ਹੁੰਦਾ ਹੈ। ਜਿੰਨਾ ਉਹ ਆਪਣੇ ਬੱਚੇ ਨੂੰ ਮੋਹ ਕਰਦਾ ਸੀ, ਉਹ ਪਹਿਲੋਂ ਆਪਣੇ ਭਰਾਵਾਂ ਨੂੰ ਭੈਣਾਂ ਨਾਲ ਮੋਹ ਨਹੀਂ ਸੀ ਕਰਦਾ। ਹੁਣ ਵਿਆਹ ਗਿਆ ਤੇ ਘਰ ਦੀ ਨਾ ਮੋਹ, ਤੇ ਘਰ ਦੀ ਤੋਂ ਬਾਅਦ ਬੱਚਿਆਂ ਨੂੰ। ਇਹ ਉਤੋਂ ਠਾਹ ਨੂੰ ਆਉਂਦਾ ਹੈ ਮੋਹ ਜਿਹੜਾ ਹੈ। ਦਾਦੇ ਨੂੰ ਬੜਾ ਮੋਹ ਹੁੰਦਾ, ਪੋਤੇ ਨੂੰ ਇੰਨਾ ਮੋਹ ਹੁੰਦਾ ਹੀ ਨਹੀਂ ਦਾਦੇ ਨਾਲ। ਉੱਤਰੋਂ ਠਾਹ ਨੂੰ ਜੀ ਹੋ ਰਿਹਾ ਹੈ। ਰੱਬ ਖੈਰ ਕਰੇ। ਕ੍ਰੋਧ ਅਗਨ ਜੇ ਹਿਰਦੇ ਮਟਾਨੋ, ਚੌਂ ਦਿਸ਼ਾ ਮੈਂ ਏਕ ਰੂਪ ਪਛਾਨੋ। ਤੇ ਚੌਂ ਕੁੰਟਾਂ ਵਿੱਚ ਜਿਹੜਾ ਇੱਕ ਰੂਪ ਨੂੰ ਪਛਾਣੇ ਭਾਈ ਕਨ੍ਹਈਆ, ਉਹ ਭਗਤ ਹੁੰਦਾ ਹੈ। ਬਲ ਤਾਂ ਕੋ ਮੈਂ ਭਗਤ ਬਖਾਨੋ। ਉਹ ਕਹਿੰਦਾ ਮੈਂ ਉਸ ਬੰਦੇ ਨੂੰ ਭਗਤ ਜਾਣਦਾ ਹੈ, ਪਛਾਣਦਾ ਹੈ, ਜਿਹਦੇ ਹਿਰਦੇ ਵਿੱਚ ਕ੍ਰੋਧ ਨਹੀਂ ਆ, ਹਿਰਦੇ ਵਿੱਚ ਮੋਹ ਨਹੀਂ ਹੈ। ਇਹ ਕ੍ਰੋਧ ਕਿਉਂ ਨਹੀਂ ਰਿਹਾ, ਮੋਹ ਕਿਉਂ ਨਹੀਂ ਰਿਹਾ? ਇਹਨਾਂ ਦਾ ਇਹ ਨਾਸ ਕਿਵੇਂ ਹੋ ਗਿਆ? ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਇਹ ਫਿਰ ਜਿਹੜੇ ਭਗਤਾਂ ਦੇ ਲੱਛਣ ਸਨ, ਭਗਤਾਂ ਦਾ ਸੁਭਾਅ, ਮਿੱਠ ਬੋਲਦੇ ਨੇ, ਅਨਹੁੰਦਾ ਆਪ ਵੰਡਾਏ, ਤਾਣ ਹੁੰਦੇ ਹੋਏ ਨਤਾਣਾ। ਮਾਂ ਹਾਂਜੀ ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਤਾਣਾ। ਅਨ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਪਰ ਦੂਸਰੇ ਪਾਸੇ ਉਹ ਵੀ ਲੋਕ ਨੇ ਜਿਨ੍ਹਾਂ ਦੇ ਅੰਦਰ ਕੁਛ ਨਹੀਂ ਹੁੰਦਾ, ਅਤੇ ਬਾਹਰੋਂ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਹਾਵੇ ਉਤਰੇ ਨਹੀਂ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜਦੇ ਭਲੇ ਸੰਸਾਰ। ਇਹ ਸੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਜਪਜੀ ਸਾਹਿਬ ਦੀ ਕਥਾ, ਭਗਤਾਂ ਦਾ ਜੀਵਨ।